जाकै हर सा ठाकुर भाई, मुकत अनंत पुकारन जाय। अब कहो राम भरोसा तोरा, तब काहू का कवन निहोरा। रहाओ तीन लोक जाकै है पार, सो काहे ना करै प्रतपार। कहो कबीर एक बुध बिचारी, क्या बस जो बिख दे महतारी। कहो कबीर एक बुध बिचारी, क्या बस जो बिख दे महतारी। सो वाहिगुरु जी का खालसा, वाहिगुरु जी की फतेह। परम सन्मानयोग जुगो जुग अटल चवर छतर ਅਤੇ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀਂ ਮਹਾਨ ਪਵਿੱਤਰ ਇਤਿਹਾਸਕ ਅਸਥਾਨ ਤੇ ਬਿਰਾਜਮਾਨ ਬਹੁਤ ਹੀ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਵਡਭਾਗੇ ਹੋ, ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਬਾਕਾਇਦਾ ਮੌਸਮ ਦਾ ਮੁਕਾਬਲਾ ਕਰਦਿਆਂ ਹੋਇਆਂ ਆਪ ਜੀ ਗੁਰੂ ਚਰਨਾਂ ਵਿੱਚ ਪਹੁੰਚ ਕੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਜੀ। ਸੋ ਗੁਰਦੇਵ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਸੇਵਾਵਾਂ ਭੇਟਾਵਾਂ ਆਪਣੇ ਦਰ ਪ੍ਰਵਾਨ ਕਰ ਸਭਨਾਂ ਨੂੰ ਦਰੋ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਾਣੀ ਪੜ੍ਹਨ ਸੁਣਨ ਕੰਠ ਕਰਨ ਦਾ ਹਜ਼ੂਰ ਚਾਹ ਬਖਸ਼ਿਸ਼ ਕਰਨ। ਇਸੇ ਪ੍ਰਕਾਰ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣਦੇ ਰਹੀਏ। ਸੋ ਸਾਧ ਸੰਗਤ ਉਪਰੰਤ ਆਪ ਜੀ ਨੇ ਹੁਣੇ ਦਾਸ ਪਾਸੋਂ ਜੋ ਇੱਕ ਪਾਵਨ ਸ਼ਬਦ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 328 ਤੇ ਦਰਜ ਹੈ। ਸੋ ਆਓ ਇਸ ਪਾਵਨ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕੁਝ ਸਮਾਂ ਰਲ ਮਿਲ ਗੁਰੂ ਗੋਦ ਬੈਠ ਇਹਨਾਂ ਬਚਨਾਂ ਨੂੰ ਸਮਝਣ ਸਮਝਾਉਣ ਦਾ ਯਤਨ ਕਰੀਏ। ਰੋਜ਼ਾਨਾ ਦੀ ਤਰ੍ਹਾਂ ਬੇਨਤੀ ਕਰਾਂਗਾ, ਆਓ ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ। ਸੋ ਮਨ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਵਾਸਤੇ ਇੱਕ ਵਾਰ ਸਾਰੀ ਸੰਗਤ ਕਿਰਪਾ ਕਰੋ। ਗੁਰਮੰਤਰ ਦਾ ਉਚਾਰਨ ਕਰਦੇ ਹੋਏ ਆਖੋ ਜੀ, ਸਤਨਾਮ
ਸ੍ਰੀ। ਫਿਰ ਆਖੋ ਜੀ ਸਤਨਾਮ ਸ੍ਰੀ। ਬਹੁਤ ਹੀ ਸਨਮਾਨਯੋਗ ਆਦਰਯੋਗ ਗੁਰੂ ਰੂਪ ਸਾਧ ਸੰਗਤ ਜੀ, ਅਤਿਅੰਤ ਸੰਖੇਪ ਅੱਖਰਾਂ ਵਿੱਚ ਸ਼ਬਦ ਹੈ ਔਰ ਸਮੁੱਚੇ ਸ਼ਬਦ ਦਾ ਜੋ ਨਿਚੋੜ ਹੈ, ਸਾਰਾਂਸ਼ ਹੈ, ਸੈਂਟਰਲ ਆਈਡੀਆ ਜਾਂ ਕੇਂਦਰੀ ਭਾਵ ਹੈ, ਉਹ ਇਤਨਾ ਹੈ ਕਿ ਜਿਸ ਜੀਵ ਦੇ ਹਿਰਦੇ ਵਿੱਚ ਪ੍ਰਭੂ ਪ੍ਰਮਾਤਮਾ ਦੇ ਪ੍ਰਤੀ ਸ਼ਰਧਾ ਭਾਵਨਾ ਬਣ ਜਾਏ, ਸਿਦਕ ਆ ਜਾਏ, ਉਸ ਦਾ ਫਿਰ ਲੋਕ ਪਰਲੋਕ ਦੋਵੇਂ ਸੁਹੇਲੇ ਨੇ। ਸਿਦਕ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ, ਬੇਸਿਦਕਿਆਂ ਦੇ ਬੇੜੇ ਡੁੱਬਦੇ ਨੇ। ਹੁਣ ਜਦੋਂ ਮੈਨੂੰ ਤੇਰੇ ਤੇ ਭਰੋਸਾ ਹੈ, ਅਬ ਕਹੋ ਰਾਮ ਭਰੋਸਾ ਤੋਰਾ। ਇੱਥੇ ਤੋਰਾ ਦੇ ਅਰਥ ਤੇਰਾ ਹੈ। हे ਰਾਮ ਜੀ, हे ਅਕਾਲ ਪੁਰਖ ਜੀ ਜਾਂ ਵਾਹਿਗੁਰੂ ਜੀ ਕਹੀਏ, ਪਰਮੇਸ਼ਵਰ ਈਸ਼ਵਰ ਜੀ, ਜਦੋਂ ਮੈਨੂੰ ਹੁਣ ਤੇਰਾ ਭਰੋਸਾ ਹੈ, ਤਬ ਕਾਹੂ ਕਾ ਕਵਨ ਨਿਹੋਰਾ। ਫਿਰ ਮੈਂ ਹੋਰ ਕਿਸੇ ਨੂੰ ਨਿਹੋਰਾ ਕਿਉਂ ਦਿਆਂ, ਉਲਾਂਭਾ ਕਿਉਂ ਦਿਆਂ, ਮੈਂ ਗਿਲਾ ਸ਼ਿਕਵਾ ਕਿਉਂ ਕਰਾਂ। ਹੁਣ ਮੈਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ, ਕਿਉਂਕਿ ਮੇਰਾ ਤੇਰੇ ਤੇ ਭਰੋਸਾ ਬਣ ਗਿਆ। ਤੋ ਪਿਆਰਿਓ, ਭਰੋਸਾ ਇੱਕ ਇਸ ਤਰ੍ਹਾਂ ਦੀ ਚੀਜ਼ ਹੈ, ਬੰਦਾ ਵੀ ਬੰਦੇ ਤੇ ਭਰੋਸਾ ਕਰ ਲਵੇ ਤੇ ਉਸ ਬੰਦੇ ਨੂੰ ਸੋਚਣਾ ਪੈਂਦਾ ਹੈ ਵੀ ਇਹ ਬੰਦਾ ਮੇਰੇ ਤੇ ਯਕੀਨ ਬੜਾ ਕਰਦਾ ਹੈ, ਭਰੋਸਾ ਬੜਾ ਕਰਦਾ ਹੈ, ਮੈਂ ਭਰੋਸਾ ਨਹੀਂ ਤੋੜਨਾ। ਕੋਈ ਬਹੁਤਾ ਹੀ ਗਿਆ ਗੁਜ਼ਰਿਆ ਹੋਵੇ ਤੇ ਉਹਦੇ ਬਾਰੇ ਤੇ ਕੀ ਕਹਿਣਾ। ਮਨੁੱਖ ਸੋਚਦਾ ਹੈ ਵੀ ਇਹ ਬੰਦਾ ਮੇਰਾ ਬੜਾ ਆਦਰ ਕਰਦਾ ਹੈ, ਮੇਰੇ ਤੇ ਵਿਸ਼ਵਾਸ ਬੜਾ ਕਰਦਾ ਹੈ, ਮੇਰੇ ਤੇ ਭਰੋਸਾ ਬੜਾ ਕਰਦਾ ਹੈ। ਹੁਣ ਲੱਗਦੇ ਚਾਰੇ ਮੈਂ ਇਹਦਾ ਭਰੋਸਾ ਟੁੱਟਣ ਨਹੀਂ ਦੇਣਾ। ਔਰ ਜਿਨ੍ਹਾਂ ਦਾ ਸਿਦਕ, ਜਿਨ੍ਹਾਂ ਦਾ ਭਰੋਸਾ ਨਿਰੰਕਾਰ ਜੀ ਤੇ ਬਣ ਜਾਏ, ਨਿਰੰਕਾਰ ਸਰੂਪ ਗੁਰੂ ਦੇ ਉੱਤੇ ਬਣ ਜਾਏ, ਸਿਦਕ ਆ ਜਾਏ, ਫਿਰ ਤੇ ਕਿਆ ਬਾਤ ਹੈ। ਕਲਗੀਆਂ ਵਾਲੇ ਪਾਤਸ਼ਾਹ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਵਸ ਵੀ ਬੜਾ ਨਜ਼ਦੀਕ ਆ ਰਿਹਾ ਹੈ। ਕੁਝ ਥਾਵਾਂ ਤੇ ਅੱਜ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਇਆ ਜਾ ਰਿਹਾ ਹੈ, ਪਰ ਪ੍ਰੋਪਰ ਜੋ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ 9 ਜਨਵਰੀ ਨੂੰ ਹੈ। ਆਉਣ ਵਾਲੇ ਦਿਨਾਂ 'ਚ ਹੈ। ਔਰ ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ ਵਾਂ ਵੀ ਅੱਜ ਦਾ ਜਿਹੜਾ ਪਵਿੱਤਰ ਸ਼ਬਦ ਹੈ, ਵਿਚਾਰਧੀਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ, ਉਹਦੇ ਨਾਲ ਮਿਲਦੀ ਜੁਲਦੀ ਇੱਕ ਕਥਾ ਹੈ ਕਲਗੀਧਰ ਪਾਤਸ਼ਾਹ ਦੇ ਪਵਿੱਤਰ ਜੀਵਨ ਵਿੱਚੋਂ। ਹਜ਼ੂਰ ਤਖਤ ਤੇ ਬਿਰਾਜੇ ਹੋਏ ਨੇ, ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਹੈ। ਤਾਂ ਬਚਨ ਬਲਾਸ ਹੁੰਦਿਆਂ ਗੱਲ ਇਹ ਹੋਈ ਵੀ ਫਲਾਂ ਸਿੱਖ ਬੜਾ ਪਹੁੰਚਿਆ ਹੋਇਆ ਸਿੱਖ ਹੈ, ਬੜੀ ਬਖਸ਼ਿਸ਼ ਵਾਲਾ ਸਿੱਖ ਹੈ। ਤਾਂ ਦੂਸਰੇ ਸਿੱਖ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਕਲਗੀਆਂ ਵਾਲਿਆ, ਕਿ ਸਾਰੇ ਸਿੱਖ ਇੱਕੋ ਪ੍ਰਕਾਰ ਦੇ ਨਹੀਂ ਹੁੰਦੇ। ਤਾਂ ਹਜ਼ੂਰ ਕਹਿਣ ਲੱਗੇ, ਗੁਰਸਿੱਖੋ, ਨਹੀਂ, ਸਾਰੇ ਸਿੱਖ ਇੱਕੋ ਪ੍ਰਕਾਰ ਦੇ ਨਹੀਂ ਹੁੰਦੇ। ਭਾਵੇਂ ਉਹਨਾਂ ਦਾ ਕੱਦ ਕਾਠ, ਰੂਪ, ਰੰਗ, ਨੈਣ ਨਕਸ਼, ਬੋਲ ਬਾਣੀ, ਦੇਸ਼, ਵਾਤਾਵਰਨ ਇੱਕ ਹੋ ਸਕਦਾ ਹੈ, ਪਰ ਉਹਨਾਂ ਦੀ ਜਿਹੜੀ ਅੰਦਰਲੀ ਅਵਸਥਾ ਹੈ ਉਹ ਇੱਕੋ ਜਿਹੀ ਨਹੀਂ ਹੁੰਦੀ। ਉਹ ਕਈ ਪ੍ਰਕਾਰ ਦੀ ਹੁੰਦੀ ਹੈ। तो गुरसिखो, जितने प्रकार की अवस्था हुंदी है उतने प्रकार की सिक्खी हुंदी है।
ਤਾਂ ਮਹਾਰਾਜ ਕਿਰਪਾ ਕਰਕੇ ਦੱਸੋ ਵੀ ਸਿੱਖੀ ਕਿਤਨੇ ਪ੍ਰਕਾਰ ਦੀ ਹੁੰਦੀ ਹੈ। ਤਾਂ ਲਿਖਿਆ ਹੈ ਕਿ ਤੁਕ ਅਕਾਲ ਉਸਤਤ ਕੀ ਗਾਈ, ਪੰਚ ਵਿਧਨ ਸਿੱਖੀ ਸੁਨ ਭਾਈ। ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਨੇ ਭਰੇ ਹੋਏ ਪੰਡਾਲ ਵਿੱਚ, ਲੱਗੇ ਹੋਏ ਦੀਵਾਨ ਵਿੱਚ ਸਮੁੱਚੀ ਕੌਮ ਨੂੰ ਸੰਬੋਧਨ ਹੁੰਦਿਆਂ ਮੁਖਾਤਬ ਹੋ ਕੇ ਬਚਨ ਕਿਹਾ ਸੀ ਕਿ ਪੰਚ ਵਿਧਨ ਸਿੱਖੀ ਸੁਨ ਭਾਈ। ਧੰਦੇ ਕੀ ਇੱਕ ਦੇਖਾ ਦੇਖੀ, ਹਿਰਸੀ ਤ੍ਰੈ ਸਿਦਕੀ ਅਵਰੇਖੀ। ਪੰਚਮ ਅਹੈ ਭਾਵ ਕੀ ਭਲੇ, ਪ੍ਰਥਮੈ ਇਮ ਜਿਮ ਭਾਈ ਚੱਲੇ। ਭਾਈ ਇਹ 5 ਪ੍ਰਕਾਰ ਦੀ ਹੁੰਦੀ ਹੈ। ਤੁਸੀਂ ਇਹ ਵੀ ਕਹਿਣਾ ਹੈ ਵੀ ਜਰਾ ਸਾਨੂੰ ਖੁਲਾਸਾ ਕਰਕੇ ਦੱਸੋ। ਸੋ ਤੁਹਾਡੇ ਬਿਨਾਂ ਕਹਿਣ ਤੋਂ ਹੀ ਮੈਂ ਇਹ 5 ਪ੍ਰਕਾਰ ਦੀ ਸਿੱਖੀ ਦੀ ਵਿਆਖਿਆ ਵੀ ਕਰਦਿਆਂ ਹਜ਼ੂਰ ਨੇ ਫਰਮਾਨ ਕੀਤਾ। ਪਹਿਲੀ ਸਿੱਖੀ ਹੈ ਧੰਦੇ ਦੀ ਸਿੱਖੀ, ਧੰਦੇ ਕੀ। ਦੂਸਰੀ ਸਿੱਖੀ ਹੈ ਦੇਖਾ ਦੇਖੀ। ਪ੍ਰੇਮੀਓ, ਤੀਜੀ ਸਿੱਖੀ ਦਾ ਨਾਮ ਹੈ ਹਿਰਸੀ ਸਿੱਖੀ, ਤੇ ਚੌਥੀ ਸਿਦਕੀ ਸਿੱਖੀ, ਤੇ ਇੱਕ ਸਿਦਕ ਤੋਂ ਵੀ ਅੱਗੇ ਅਵਸਥਾ ਹੈ ਉਹ ਭਾਵ ਕੀ ਸਿੱਖੀ। ਪਹਿਲੀ ਪ੍ਰਕਾਰ ਦੀ ਸਿੱਖੀ ਜਿਹੜੀ ਇਸ ਤਰ੍ਹਾਂ ਦੀ ਹੈ ਵੀ ਜਿਸ ਖਿੱਤੇ ਵਿੱਚ ਜਿੱਥੇ ਮੈਂ ਰਹਿ ਰਿਹਾ ਨਾ, ਇੱਥੇ ਮੇਰਾ ਕਾਰੋਬਾਰ ਨਹੀਂ ਚੱਲਦਾ, ਪਰ ਫਲਾਂ ਵਿਅਕਤੀ ਜਦੋਂ ਗੈਰ ਸਿੱਖ ਸੀ ਤੇ ਉਹਦੀ ਬੜੀ ਬੁਰੀ ਦਸ਼ਾ ਸੀ, ਉਹ ਸਿੱਖੀ ਚ ਆ ਗਿਆ ਤੇ ਉਹਦਾ ਧੰਦਾ ਚੱਲ ਗਿਆ। ਇੱਥੇ ਜ਼ਿਆਦਾਤਰ ਵਸੋਂ ਸਿੱਖਾਂ ਦੀ ਹੈ, ਆਲਾ ਦੁਆਲਾ ਪ੍ਰਭਾਵਿਤ ਹੈ। ਮੈਨੂੰ ਥੋੜਾ ਜਿਹਾ ਹੋਰ ਤਰ੍ਹਾਂ ਦੇਖਦੇ ਨੇ, ਚਲੋ ਮੈਂ ਵੀ ਸਿੱਖ ਬਣ ਜਾਣਾ, ਮੇਰਾ ਧੰਦਾ ਚੱਲ ਜਾਏਗਾ। ਇਹ ਬਚਨ ਕਲਗੀਆਂ ਵਾਲੇ ਪਾਤਸ਼ਾਹ ਦੇ ਨੇ। ਮੈਂ ਤੇ ਸਿਰਫ ਤੁਹਾਡੇ ਚਰਨਾਂ 'ਚ ਐਕਸਪਲੇਨ ਕਰ ਰਿਹਾ। ਕਹਿਣ ਲੱਗੇ ਧੰਦੇ ਕੀ ਇੱਕ ਦੇਖਾ ਦੇਖੀ, ਹਿਰਸੀ ਤ੍ਰੈ ਸਿਦਕੀ ਅਵਰੇਖੀ। ਪੰਚਮ ਅਹੈ ਭਾਵ ਕੀ ਭਲੇ, ਪ੍ਰਥਮੈ ਇਮ ਜਿਮ ਭਾਈ ਚੱਲੇ। ਪਹਿਲੀ ਤਰ੍ਹਾਂ ਦੀ ਸਿੱਖੀ ਹੈ ਜਿਵੇਂ ਸਾਰੇ ਚੱਲਦੇ ਨੇ। 5 ਭਰਾ ਨੇ, 4 ਨੇ ਅੰਮ੍ਰਿਤ ਛਕ ਲਿਆ, 5ਵੇਂ ਨੇ ਕੋਈ ਨਹੀਂ ਛਕਿਆ। ਉਹ ਕਹਿੰਦੇ ਵੀ ਤੂੰ ਥੋੜਾ ਜਿਹਾ ਆਪਣੇ ਬਰਤਨ ਵੀ ਇੱਧਰ ਰੱਖਿਆ ਕਰ, ਐਦਾਂ ਕਰਿਆ ਕਰ, ਐਦਾਂ ਨਾ ਕਰਿਆ ਕਰ। ਇਹ ਕਹਿੰਦਾ ਵੀ ਬੜਾ ਮੁਸ਼ਕਲ ਹੋ ਗਿਆ ਹੁਣ ਤੇ। ਸਾਰੇ ਭਰਾ ਇਸ ਪਾਸੇ ਆ ਗਏ ਨੇ, ਮੈਂ ਰਹਿ ਗਿਆ ਵਾਂ, ਚਲੋ ਕੋਈ ਨਹੀਂ ਮੈਂ ਵੀ ਇਹਨਾਂ ਦੇ ਨਾਲ ਰਲ ਜਾਣਾ। ਅੰਦਰ ਸਿਦਕ ਨਹੀਂ, ਭਾਵ ਨਹੀਂ, ਚਾਹ ਨਹੀਂ। ਪਰ ਇਸ ਤਰ੍ਹਾਂ ਵੀ ਹੋ ਜਾਂਦਾ ਕਈ ਵਾਰ। ਪ੍ਰਥਮੇ ਇਮ ਜਿਮ ਭਾਈ ਚੱਲੇ। ਇਹ ਪਹਿਲੀ ਪ੍ਰਕਾਰ ਦੀ ਸਿੱਖੀ ਹੈ। ਕੋ ਇੱਕ ਸਿੱਖ ਬਣਿਓ ਕਹਿ ਦੇਖਾ, ਕੋ ਇੱਕ, ਕਿਸੇ ਇੱਕ ਨੂੰ ਕਿਤੇ ਵੇਖਿਆ ਉਹ ਸਿੱਖੀ ਵਿੱਚ ਆ ਗਿਆ, ਪਹਿਲਾਂ ਨਹੀਂ ਸੀ। ਇਹ ਕਲਗੀਆਂ ਵਾਲੇ ਦੇ ਬਚਨ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ। ਔਰ ਜਿੱਥੇ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ 5 ਪ੍ਰਕਾਰ ਦੀ ਸਿੱਖੀ ਨੂੰ ਐਕਸਪਲੇਨ ਕੀਤਾ ਹੈ, ਉੱਥੇ ਫਿਰ ਇਹ ਸਾਰੀਆਂ 17 ਵੀ ਉਹਨਾਂ ਨੇ ਨਾਲ ਦਰਜ ਕਰ ਦਿੱਤੀਆਂ ਨੇ। ਪਹਿਲੀ ਸਿੱਖੀ ਦੀ ਕਲਗੀਆਂ ਵਾਲੇ ਵਿਆਖਿਆ ਕਰ ਰਹੇ ਨੇ। ਮੈਂ ਤਾਂ ਬੇਨਤੀ ਕਰ ਰਿਹਾ, ਅੱਜ ਸਾਰੇ ਸ਼ਬਦ ਦਾ ਨਿਚੋੜ ਹੈ ਕਿ ਸਿਦਕ ਆ ਜਾਏ ਤੇ ਸਾਰੇ ਕਾਰਜ ਰਾਸ। ਸਿਦਕ ਦੇ ਉੱਤੇ ਜ਼ੋਰ ਦਿੱਤਾ ਹੈ, ਸੰਤੋਖ ਦੇ ਉੱਤੇ ਜ਼ੋਰ ਦਿੱਤਾ ਹੈ। ਕੋਈ ਇੱਕ ਸਿੱਖ ਬਣਿਓ ਕਹਿ ਦੇਖਾ, ਸਦਨ ਪਦਾਰਥ ਭਲੇ ਵਸ਼ੇਖਾ। ਪਹਿਲਾਂ ਘਰ ਵਿੱਚ ਕੋਈ ਪਦਾਰਥ ਨਹੀਂ ਸੀ,
औलाद भी कोनी सी, इज्जत भी कोनी सी। पर जदों सिख बनया सब कुछ आ गया। लिखिया है, कोएक सिख बन्यो कह देखा, सदन पदार्थ भले वशेखा, सुत बित पत दुध आदर आद, सर्व प्रकार होए अहलाद। पुत्र भी आ गया, बित जिन्हों वित्ती पक्ष कहते हो, वित्त भी आ गई, पैसा भी आ गया, इज्जत भी होने लग पई, दुध भी मिल गया ते आदर भी होने लग पिया समाज विच। कोएक सिख बन्यो कह देखा, सदन पदार्थ भले वसेखा, सुत बित पत दुध आदर आद, सर्व प्रकार होए अहलाद। हर प्रकार घर विच संपन्नता आ गई। लोभ पदार्थ को मन भयो, गुर को सिख होए सो गयो। बई वो जदों सिख नहीं सी उदों दी दशा ऐ सी, जदों सिख बनया हुण ते दुबारे न्यारे हो गए ने, चलो आपां भी सिख बन जाने। ये भी चंगी है, जिहड़ा इस तरह बन जाता है वो भी चंगा रहेगा। पर इन्हां चों श्रोमणी कौन है? वो सतगुरु बख्शिश कर रहे हैं। सदन पदार्थ भले वसेखा, लोभ पदार्थ को मन भयो, गुर को सिख होए सो गयो। ये सिक्खी है देखा देखी, रही पदार्थ चाह विशेखी। पदार्थां दी चाह अंदर बड़ी बनी रही। ये इस प्रकार धंधे की सिक्खी है, देखा देखी की सिक्खी है। तीजी हिरसी सिक्खी जानो, बहुत जो करें करन सो ठानो। सोझी ना कुछ आपको आई, नहीं सीख ले गुरमत पाई। हिरसी सिख किवें दा हुंदा है? हिरसी ज्यादे ने। जे एनालिसिस करिए कौम दा ते ओहदे विचों हिरसियां दी गिनती ज्यादी। वो किदां दा हुंदा है? ये की करदा है भी जेड़ा काम ज्यादा लोग करन, ये कहंदा मैं भी वो करना है। इनू भीड़ चंगी लगदी है, भावें उस भीड़ विच कख ना होवे। और अक्सर भीड़ विच हुंदा को कख भी नहीं। ये भी मैं बेनती कर दिया, जिथे बहुत भीड़ होवे ना, कोई जरूरी नहीं भी बहुत निग्गर गल कोई हो रही है। तीजी हिरसी सिक्खी जानो, वो की करदा है? बहुत जो करहे करन सो ठानो। जिहड़ा काम ज्यादा लोग करते हैं, वेखो जी इन्ने लोग उत्थे जा रहे ने, सारे कमले थोड़ा ने। वो भाई जिथे ज्यादा लोग जान, वो कमलियां दी भीड़ ही हुंदी है। भीड़ विच सियाणे नहीं हुंदे ते सियाणियां दी कदी भीड़ भी इकट्ठी नहीं हुंदी। ये भी मैं अर्ज कर दिया। आ जिहड़ी तुसीं अलूणी सिल चट्टन लई बैठे हो, 16 को पुरानी गिनती दे मेरे सामने तुसीं बैठे हो। कि इत्थे आले दुआले सिर्फ 16 लोग रहिंदे ने? नहीं। 16,000 लोग रहिंदे ने? नहीं। बहुत ज्यादा लोग रहिंदे ने। पर यह अलूणी सिल चटनी हर एक दे वस दी गल नहीं। कबीर कसौटी राम की, झूठा टिकै ना कोए। राम कसौटी सोस है जो मर जीव। जिउंदियां मरना पैंदा है, मन उडू उडू करदा है। कदी वेख्या किसी बच्चे नूं हसदे होए पहले दिन अपने स्कूल दी वैन विच बैठदे नूं इदां इदां हत्थ करदा होवे? मैं ते रोंदियां नूं चढ़दे वेख्या। पर जिन्हां रोंदियां नूं तुसीं धक्क के गेट लांदे हो, मैं उन्हां नूं IAS बनदे भी वेख्या, IPS बनदे भी वेख्या, IFS बनदे भी वेख्या। मां दा कलेजा मूंह नूं आउंदा जदों पुੱਤਰ जार जार रोंदा वैन च बहन लगा, पर ਉਹਦੇ ਬ੍ਰਾਈਟ ਫਿਊਚਰ ਲਈ ਭੇਜ ਦਿੰਦੀ ਹੈ ਕਲੇਜੇ ਤੇ ਪੱਥਰ ਰੱਖ ਕੇ। ਕੋਈ ਗੱਲ ਨਹੀਂ, ਇੱਕ ਦਿਨ 2 ਦਿਨ 4 ਦਿਨ 10 ਦਿਨ ਰੋਏਗਾ, ਹੌਲੀ ਹੌਲੀ ਯੂਜ਼ ਟੂ ਹੋ ਜਾਏਗਾ, ਹੈਬਚਲ ਹੋ ਜਾਏਗਾ।
ਪਿਆਰਿਓ, ਜਿੱਥੇ ਮਨ ਨਾ ਮੰਨੇ ਇਹ ਜ਼ਰੂਰੀ ਨਹੀਂ ਵੀ ਉਹ ਠੀਕ ਨਹੀਂ। ਮਨ ਤੇ ਮਨੁੱਖ ਦਾ ਬਚਪਨ ਵਿੱਚ ਪੜ੍ਹਨ ਤੇ ਵੀ ਨਹੀਂ ਦਿਲ ਕਰਦਾ। ਬਚਪਨ ਵਿੱਚ ਕਿਸੇ ਤਾਵੇਂ ਬੱਚਿਆਂ ਨੂੰ ਛੱਡ ਕੇ ਹਰ ਬੱਚਾ ਪੜ੍ਹਾਈ ਤੋਂ ਚਾਲੂ ਹੁੰਦਾ ਹੈ। ਛੁੱਟੀ ਹੋ ਜਾਏ ਤੇ ਇਹਦੀਆਂ ਕੱਛਾਂ ਚੋਂ ਹਾਸਾ ਨਿਕਲਦਾ ਹੈ, ਇਹਨੂੰ ਚਾਅ ਚੜ ਜਾਂਦਾ, ਖੁਸ਼ੀ ਮਿਲਦੀ ਹੈ। ਤੇ ਐਕਸਟਰਾ ਕੰਮ ਕਰਨਾ ਪੈ ਜਾਏ ਤੇ ਮਾਯੂਸ ਹੋ ਜਾਂਦਾ। ਪਰ ਉਹ ਜਿਹੜਾ ਐਕਸਟਰਾ ਕੀਤਾ ਹੋਇਆ ਕੰਮ ਹੈ, ਸਮਾਂ ਪਾ ਕੇ ਜਦੋਂ ਉਹ ਆਊਟਪੁੱਟ ਦਿੰਦਾ ਹੈ, ਉਦੋਂ ਇਹਨੂੰ ਪਤਾ ਲੱਗਦਾ ਵੀ ਮੈਂ ਬਹੁਤ ਅੱਛਾ ਕਰ ਲਿਆ। ਮਨ ਤੇ ਸੰਗਤ ਵਿੱਚੋਂ ਵੀ ਉੱਡੂ ਉੱਡੂ ਕਰਦਾ ਹੈ। ਮਨ ਲੋਚੈ ਬੁਰਾਈਆਂ, ਮਨ ਚੰਗਿਆਈਆਂ ਨਹੀਂ ਲੋਚਦਾ। ਮੇਰੇ ਮਨ ਸਮੇਤ ਮੈਂ ਗੱਲ ਕਰ ਰਿਹਾ। ਗੁਰ ਸ਼ਬਦੀ ਇਹ ਮਨ ਹੋੜੀਐ, ਗੁਰੂ ਦੇ ਸ਼ਬਦ ਨਾਲ ਇਹਨੂੰ ਬੁਰਾਈਆਂ ਵੱਲੋਂ ਹੋੜਨਾ ਹੈ, ਬੁਰਾਈਆਂ ਵੱਲੋਂ ਮੋੜਨਾ ਹੈ। ਖਾਸ ਕਰਕੇ ਮੈਂ ਬੇਨਤੀ ਕਰਨਾ ਹੁੰਨਾ, ਕਥਾ ਵਿੱਚ ਬੈਠਣਾ ਬੜੀ ਬਹਾਦਰੀ ਹੈ। कथा कर लेनी इतनी बहादुरी नहीं, जितनी बहादुरी कथा सुन लेनी है। सुनना कोई आसान नहीं। तुहाडे सामने रोज कथा करने आ, कदी तुसी मेरे वर्गे नूं वेख्या सामने बैठ के कीर्तन सुनदे नूं? मेरे लाने वालियां नूं तुसी 8-8 घंटे रोज पाठ करा लो, उन्हां नूं को 8 मिनट बैठ के सुन लै दूजे पाठी नूं, वो कहेगा टाइम नहीं गा। कहो भी 2 घंटे होर लाने ने, कहेगा ला लांगा। 10 मिनट पहला मेरे लाने दे रागी सिंह जेड़े ने वो आके कथा वाले दे सामने नहीं बहिंदे भी असीं भी कोई गल सुन लईए। कई बार ते मैं डिस्टर्ब हो जाना, पिछे खलो जाते ने आके, बहिंदे भी नहीं भी जे बह गए तो फिर उठन की खेचल करनी पेगी। यह हाल है साडा। ये बड़ी बहादुरी है। ये पता क्यों बहादुरी है? मैं एक शब्द मैनू चेता आ गया, श्लोक है छोटा जिहा, वो मैं तुहाडी नज़र करा। गुरबाणी कहती है जेड़े कथा रूपी चोटां, शब्द दियां चोटां सहिंदे ने ना, गुरबाणी चपेड़ा मारदी है ना, असल सूरमा वो है। कित्थे लिखिया जी? तो कबीर साहब फरमान करते हैं, कबीर चोट सहारे सेल की। सेल एक हथियार है नेजे वर्गा, नेजा कह लो, बर्छा कह लो। आमो सामने 2 सूरमे लड़ रहे ने, पोला पोला लड़ रहे ने, एक ने दूजे दे मूंह दे उत्ते बर्छा मारिया। हुण जिहदे मूंह ते बर्छा वज्जा ना, जदों जख्म होया, खून दा फुहारा निकलिया, पता नहीं कित्थों ओदा खून यकदम तेजाब बन गया और एकदम जोश विच आ गया। जब वह बाण लग गए तब रोस जागियो। हुण ओ वध वध के आउंदा है। पहला ढिला लड़दा सी, हुण जोश विच आ गया। कहंदे सूरमा, तुसीं इहनूं सूरमा कहंदे हो, कहंदे मैं भी सूरमा कहना, पर कहंदे एक होर सूरमा जे इदों भी उत्ते है। आख्या जी वो किहड़ा है? कह लगे कबीर चोट सहारे शब्द की, तास गुरु मैं दास। शब्द दी चोट, जदों शब्द चोट करदा है तां कहंदे जिहड़ा शब्द दी चोट सहार जाए, बर्दाश्त कर जाए और मन मार के बैठे सुने, कासी पै जाए सुन सुन के, वो मेरा गुरु ते मैं उहदा चेला बन लई तैयार हाँ। क्योंकि शब्द की चोट सहनी सौखी खेड नहीं है। तो मैं ये अर्ज कर रहा सा भी बहुते लोग जिधर जान कोई जरूरी नहीं भी वो ठीक ने, ते जिधर घट ने वो गलत ने। तुसी ते इत्थे हमेशा घट ही बैठे हुंदे हो। ये अलूणी सेल है। एक ते लूण वाली हुंदी है ना, एक जिहदे च लूण भी नहीं, जिवें पत्थर ते जीभ फेरनी होवे। बड़ी बहादुरी है। तीजी हिरसी सिखी जानो, बहुत जो करें करन सो ठानो।
जो बहुत कुछ करते ने मैं भी वो करना है। पर गुरबाणी कहती है कबीर जे मार्ग पंडित गए पाछे परी बहीर एक अव घट घाटी राम की ते चढ़ रहे हो कबीर। जिधर पंडित लोग जाते ने, पंडित मीन्स विद्वान लोग, उधर बड़ी वड्डी लंबी चौड़ी वहीर है। पर जिस पासे कबीर जा रहा है उधर कोई टावा टावा आ रहा है, क्योंकि कबीर वाली घाटी औखी है। एक घट आव घट डूगर घणो एक निर्गुण बैल हमार वाली घाटी है। रमैये स्यों मेरी बेनती मेरी पूंजी राख मुरार वाली घाटी है। को बनजारो राम को मेरा टांडा लादया जाए रे वाली घाटी है। सोझी ना कुछ आपको आई नहीं सीख ले गुरमत पाई। ये हिरसी सिख दी एक होर निशानी है कि इनू आप नू गुरमत दी कोई सोझी नहीं हुंदी और किसी दूसरे कोलों सीखण लई तैयार भी नहीं हुंदा। ये कहंदा जितना मैनू पता उतना किसी नू पता ही नहींगा। ये बड़ी वड्डी विडंबना है। मनुख ये समझ लैंदा भी मैनू बहुत पता है कादर बारे, कुदरत बारे, इंसानी जिंदगी जितनी है जे सारी भी मनुख दा दे उत्ते ला दे ना ते ओदे 1% दा करोड़वां हिस्सा भी सानू ज्ञान नहीं हुंदा, क्योंकि पीरियड बहुत थोड़ा है। गुरु नानक साहब कहंदे नहीं कोट कोटी मेरी आरजा पवन पियन अपियाओ चंद सूरज दोए गुफे ना देखो सुपने सौन ना थाओ भी तेरी कीमत ना पवे हो केवड आखा नाओ। जे मेरी करोड़ा साल उम्र हो जाए, फॉर एग्जाम्पल कोट कोटी मेरी आरजा मेरी उम्र करोड़ा साल हो जाए और वो जेड़े करोड़ा साल ने उन्होंने मैं ना सौण विच जाया करा ना खाण विच ना पीण विच होर कुछ ना करा, सिर्फ तेनू जानन दी कोशिश करा। चंद सूरज दोए, चंद रात नू हुंदा, सूरज दिने हुंदा, ना मैं दिन जाया करा ना मैं रात नू जाया करा, एक गुफा विच वड़ के बैठा रवां तेरे बारे ही जानदा रवां। ते सुपने सौण ना थाओ, कदी सुपने विच भी समा ना जागदा ही रवां दिने भी रात भी। कोट कोटी मेरी आरजा पवन पियन पियाओ चंद सूरज दो गुफे ना देखा सुपने सौन ना थाओ पी तेरी कीमत ना पवे हो केवड आखा नाओ। ओदा अंत ते असीं पा ही नहीं सकते। पर हिरसी सिख जिहड़ा है वो आप जानकारी हुंदी कोई नहीं, किसी कोलों जानकारी लैण लई तैयार भी नहीं हुंदा। दरअसल ਇਹਦੀ ईगो आडे आ जाती है, अहंकार, मैनू बहुत कुछ आउंदा है। गुरबाणी सानू कहंदी है तू क्या कर मन तू मत मान करें जे हूं किछ जानदा गुरमुख नमाणा हो। ये ना क्या कर मैं बहुत कुछ जानना मैनू बहुत पता है। गुरु दे सन्मुख होके नमाणा हो जा, मैनू कुछ भी नहीं पता, तू कृपा करके मैनू समत बख्शिश कर, फिर बात बनेगी। तीजी हिरसी सिखी जानो बहुत जो करें करन सो ठानो सोझी ना कुछ आपको आई नहीं सीख ले गुरमत पाई। हुण चौथी सिक्खी जिहड़ी साडे शब्द नाल गूढ़ा संबंध रखदी है, शब्द है जाकै हरसा ठाकुर भाई मुकत अनंत पुकारन जाई अब कौ राम भरोसा तोरा तब काहू का कवन निहोरा। जदों मैनू तेरे ते यकीन आ गया है, भरोसा आ गया है, सिदक आ गया है, ते मैं हुण किसे नू उलामा की दियां, कोई उलामा नहीं गा। ये साडा अज दा आइडिया है। हुण हजूर कहंदे ने चौथी सिदकी सिक्खी होई
सिदकी सिक्खी। गुर बिन अपर न जाने कोई। ये जड़ा सिदकी सिख है ये गुरु नूं छड्ड के होर किसे वल नहीं झाकदा। जीवन मरण बिखै गुर शरणी, तजै न जिम परवाह मैं तरनी। सत संगत ये गुरु का पल्ला छड्डदा ही नहींगा। किस तरह? जिस तरह कोई अणतारू बंदा होवे, अणतारू बंदा नूं तरना ना आउंदा होवे, किसी कश्ती च बैठ के दरिया च जा रहा होवे, ओनू कोई कहे भी कश्ती चो उतर जा, वो कहे ना भाई मैं तो नहीं उतरदा, मैनू तो तरना नहीं आउंदा, जे मैं उतर गया तो मैं डुब जाऊंगा। हुण अगली गल यह है भी लोग पकड़ पकड़ के उन्होंने धक्के देण, थले सुट्टण, तो वह घुट घुट के किश्ती नूं हथ पाएगा, मैनू थले ना सुट्टो मैं डुब जाऊंगा, मैनू किश्ती तो बाहर ना फेंको मैं मर जाऊंगा। सिदकी सिख नूं कोई धक्के भी मारे ना गुरु घर चों तो कहंदा भी नहीं, जे अंदर आवत जाते हो हटकै नाही कोए, सो दर कैसे छोड़िए जो दर ऐसो होए। जिस दर ते आउण जाण च कोई रुकावट नहीं, कोई रोक नहीं, कोई टोक नहीं। नौवें पातशाह धन गुरु तेग बहादुर साहब महाराज जी दे बचन, स्वामी को गृह ज्यों सदा, स्वान तजत नहीं नित, नानक ए बिद हर भजो, एक मन होए एक चित। स्वामी भगती सिखनी है ते कुत्ते तो सिख। महाराज कुत्ते तो की सिखा? तां हजूर कहंदे ने कुत्ते दा एक सुभाअ है, वो स्वामी दे नाल इन्ना वफादार हुंदा है, वो सुख विच ते रहिंदा, दुख विच भी साथ नहीं छड्डदा। कुत्तियां दियां ते बड़ियां कहानियां ने, वाकई ये बड़ा वफादार जानवर है। पर आम तौर पर वेख्या गया भी घर विच कुत्ता रख लईए, उहदी देखभाल करिए, अन्न जल वकत सिर दईए, वो भी प्यार करन लग पैंदा है। और कदी कदी इस तरह भी हुंदा भी परिवार का कोई मैंबर कहंदा भी नहीं कुत्ता गंद बड़ा पांदा है, की तुसीं रखिया, छड्डो परा इहनूं, वो छड्ड आउंदे ने फिर आ जांदा है। वो कहंदा भी ऐतकी मैनूं तुसीं सेवा लाओ, मैं इहनूं उत्थे छड्डांगा जिथों परत के आवेगा नहीं, बोरी च पाओ इहनूं। मूँह बन के डिग्गी च रख लिया, लै गया 10 15 20 25 30 किलोमीटर दूर जाके डिग्गी चों बोरी कड्डी, मूँह खोलिया, वापस रस्ते विच कोई वाकफ सी, कहन लगा चलो इहदे कोल मिल के चलने आ। मिलन चला गया, बैठ गए, जल पानी छकन लग पे, घंटा 2 घंटे 3 घंटे बैठे रहे। वापस जदों गया ना घर ते इहदे पहुंचण तो पहला कुत्ता दरवाजे ते पहला पहुंचिया होया सी। हजूर कहंदे ने वेखो, एक वारा नहीं, 2 वारा नहीं, कितनी बारी घरों छड्ड आया, डंडे भी मारे, भुखा भी रखिया, त्याया भी रखिया, अपमान भी किया। मालक बाद विच आया, छड्डण वाला बाद विच आया, वो पहला दरां ते आके खलोता है। गुरु सुख दे, आदर दे, खुशियां दे, फिर भी गुरु दे दर ते रहना भाई। गुरु किसे वेले अपनी रजा विच कोई खेचल दे ते असीं तां भी गुरु तो उचाट ना होईए, क्योंकि निरंकार जदों सानू सुख देंदा है उदों साडी रिक्वायरमेंट सुख हुंदी है, जदों साडी रिक्वायरमेंट दुख हुंदी है ना प्रेमियों, उदों सानू दुख भी देंदा है। जदों लोड़ साडी दुख हुंदी है, कदी कदी साडी लोड़ दुख हुंदी है, सानू भोजन ना मिले असी शिकवा करने आ, पर कदी कदी असी डॉक्टर दे कहण ते सारा कुछ छड्ड दिंदे आ और अगले दिन कहने भी मैं हुण अपने आप नूं बहुत चंगा महसूस करना। वो जिहड़ी भुख है, दुख है, कदी कदी वो दारू हो जाती है। इसे नूं तुसीं रोज कहिंदे हो भी दुख दारू सुख
ਰੋਗ ਪਿਆ। ਕਦੀ ਕਦੀ ਸੁੱਖ ਇੰਨੇ ਵੱਧ ਜਾਂਦੇ ਨੇ ਵੀ ਸੁੱਖ ਹੀ ਉਲਟੇ ਰੋਗ ਬਣ ਜਾਂਦੇ ਨੇ, ਔਰ ਕਦੀ ਕਦੀ ਦੁੱਖ ਦਾਰੂ ਹੋ ਨਿਬੜਦਾ। ਸਾਡੀ ਰਿਕੁਆਇਰਮੈਂਟ ਰੱਬ ਇਹ ਨਹੀਂ ਵੇਂਦਾ ਵੀ ਅਸੀਂ ਮੰਗਨੇ ਕੀ ਆ, ਖਿਆਲ ਕਰਨਾ। ਬੱਚਾ ਕੋਈ ਮਾਂ ਪਿਓ ਨੂੰ ਇਹ ਕਹਿੰਦਾ ਵੀ ਮੈਨੂੰ ਸਕੂਲੇ ਪੜ੍ਹਨੇ ਭੇਜੋ, ਮਾਂ ਪਿਓ ਨੂੰ ਪਤਾ ਵੀ ਇਹਦਾ ਹੁਣ ਵਕਤ ਹੈ, ਇਹਨੂੰ ਸਕੂਲ ਭੇਜਣਾ ਹੈ। ਮਾਂ ਨੂੰ ਪਤਾ ਸਰਦੀਆਂ ਸ਼ੁਰੂ ਹੋ ਗਈਆਂ ਨੇ, ਉਹ ਗਰਮ ਕੱਪੜੇ ਕੱਢ ਕੇ ਬਾਹਰ ਰੱਖ ਲੈ। ਬੱਚਾ ਥੋੜਾ ਕਹਿੰਦਾ ਗਰਮ ਕੱਪੜੇ ਬਾਹਰ ਕੱਢੋ। ਮਾਂ ਪਿਓ ਨੂੰ ਬੱਚੇ ਦੀਆਂ ਲੋੜਾਂ, ਜ਼ਰੂਰਤਾਂ ਜਾਂ ਕਈ ਰਿਕੁਆਇਰਮੈਂਟ ਦਾ ਪਤਾ ਹੈ, ਨਿਰੰਕਾਰ ਨੂੰ ਸਾਡੀਆਂ ਰਿਕੁਆਇਰਮੈਂਟਸ ਦਾ ਪਤਾ ਹੈ। ਉਹ ਇਸ ਗੱਲ ਵੱਲ ਬਹੁਤਾ ਧਿਆਨ ਨਹੀਂ ਦਿੰਦਾ ਮੰਗਦੇ ਕੀ ਨੇ, ਉਹ ਇਸ ਗੱਲ ਵੱਲ ਧਿਆਨ ਦਿੰਦਾ ਇਹਨਾਂ ਦੀ ਰਿਕੁਆਇਰਮੈਂਟ ਕੀ ਹੈ। ਫਾਰ ਐਗਜ਼ਾਮਪਲ, ਤੁਸੀਂ 5 ਸਾਲ ਦਾ ਬੱਚਾ ਤੁਹਾਡੇ ਤੋਂ ਗੱਡੀ ਦੀ ਚਾਬੀ ਮੰਗੇ, ਤੁਸੀਂ ਨਹੀਂ ਦਿਓਗੇ। ਹੁਣ ਐਸਾ ਤੇ ਨਹੀਂ ਵੀ ਗੱਡੀ ਬੱਚੇ ਨਾਲੋਂ ਚੰਗੀ ਹੈ, ਪਰ ਤੁਹਾਡਾ ਨਾਂ ਦੇਣ ਦਾ ਪ੍ਰਯੋਜਨ ਹੈ ਬੱਚਾ ਆਪਣਾ ਨੁਕਸਾਨ ਕਰਾ ਲਏਗਾ। ਕਦੀ ਕਦੀ ਸਾਡੀਆਂ ਡਿਮਾਂਡਸ ਜਿਹੜੀਆਂ ਨੇ ਉਹ ਰੌਂਗ ਹੁੰਦੀਆਂ ਨੇ। ਉਹ ਕਹਿੰਦਾ ਵੀ ਇਹਨੂੰ ਅਜੇ ਡਿਲੇ ਕਰ ਲਿਆ, ਮੈਂ ਦਿਆਂਗਾ, ਅਜੇ ਤੂੰ ਇਹਦੇ ਯੋਗ, ਅਜੇ ਤੇਰਾ ਇਹਨੇ ਸੁੱਖ ਨਹੀਂ ਦੇਣਾ, ਤੈਨੂੰ ਦੁੱਖ ਦੇਣਾ, ਤੈਨੂੰ ਲਾਭ ਨਹੀਂ ਹੋਣਾ, ਉਲਟੀ ਹਾਨੀ ਹੋਣੀ, ਅਟਕ ਜਾ ਥੋੜਾ ਜਿਹਾ। ਅਸੀਂ ਕਾਲੇ ਪੈ ਜਾਂਦੇ, ਤੂੰ ਨਹੀਂ ਦਿੰਦਾ ਤੇ ਮੈਂ ਅਜਮੇਰ ਸ਼ਰੀਫ ਟੁਰ ਜਾਣਾ, ਸੁਣਿਆ ਉੱਥੇ ਚਾਦਰ ਚੜਾਇਆ ਸਭ ਕੁਝ ਮਿਲ ਜਾਂਦਾ। ਤੂੰ ਨਹੀਂ ਤੇ ਮੈਂ ਫਲਾਣੇ ਮੰਦਿਰ 'ਚ ਜਾ ਕੇ ਟੱਲ ਖੜਕਾ ਦੇਣਾ, ਕੋਈ ਗੱਲ ਨਹੀਂ, ਤੂੰ ਨਹੀਂ ਦਿੰਦਾ ਮੈਂ ਉੱਥੋਂ ਲੈ ਲਾਂਗਾ। ਉਹ ਭਲਿਆ ਉਹ ਦਿੰਦਾ ਹੈ, ਉਹ ਤੈਨੂੰ ਦੇਣ ਵਾਸਤੇ ਹੀ ਬੈਠਾ ਹੈ, ਪਰ ਜੋ ਤੂੰ ਮੰਗ ਰਿਹਾ ਹੈ ਉਹ ਤੇਰੇ ਲਈ ਠੀਕ ਨਹੀਂ, ਤਾਂ ਉਹ ਪੋਸਟਪੋਨ ਕਰ ਰਿਹਾ, ਡੀਲੇ ਕਰ ਰਿਹਾ। ਉਹਦੇ ਤੇ ਯਕੀਨ ਕਰ। ਚੌਥੀ ਸਿਦਕੀ ਸਿੱਖੀ ਹੋਈ, ਗੁਰ ਬਿਨ ਅਪਰ ਨਾ ਜਾਣੈ ਕੋਈ। ਉਹ ਗੁਰੂ ਨੂੰ ਉਹ ਕਿਸੇ ਪੀਰ ਫਕੀਰ ਦੇਵੀ ਦੇਵਤੇ ਦੇ ਧਾਰੀ ਦੀ ਨਿੰਦਾ ਨਹੀਂ ਕਰਦਾ, ਪਰ ਉਹ ਕਿਸੇ ਕੋਲ ਜਾਂਦਾ ਵੀ ਨਹੀਂਗਾ। ਉਹ ਆਪਣੇ ਗੁਰੂ ਦੀ ਦਹਲੀਜ਼ ਨੂੰ ਘੁੱਟ ਕੇ ਪਕੜ ਲੈਂਦਾ। ਔਰ ਪਤਾ ਕਿਸ ਤਰ੍ਹਾਂ ਬੈਠਣਾ ਚਾਹੀਦਾ ਗੁਰੂ ਦੇ ਦਰ ਤੇ। ਅਸੀਂ ਤੇ ਕਈ ਵਾਰ ਰਾਗੀਆਂ ਨਾਲ ਵੀ ਲੜ ਕੇ ਆਉਣੋਂ ਹਟ ਜਾਂਦੇ ਹਾਂ। ਕਥਾਵਾਚਕ ਮੈਨੂੰ ਲਾ ਕੇ ਗੱਲਾਂ ਕਰਦਾ ਹੈ, ਇੱਥੋਂ ਦੇ ਪ੍ਰਬੰਧਕ ਠੀਕ ਨਹੀਂ, ਇੱਥੋਂ ਦੇ ਗ੍ਰੰਥੀ ਸੇਵਾਦਾਰ ਠੀਕ ਨਹੀਂ, ਮੈਂ ਨਹੀਂ ਜਾਣਾ, ਮੈਂ ਦੂਜੇ ਪਾਸੇ ਟੁਰ ਜਾਣਾ। ਪਰ ਪਤਾ ਕਿੱਦਾਂ ਬਹਿਣਾ ਚਾਹੀਦਾ ਇੱਥੇ ਪਿਆਰਿਓ। ਯਾਰ ਦੀ ਗਲੀ ਵਿੱਚ ਇਸ ਤਰ੍ਹਾਂ ਬੈਠ, ਤੈਨੂੰ ਕੋਈ ਖਤਮ ਤੇ ਕਰਦਾ ਪਰ ਬਾਂਹ ਤੋਂ ਫੜ ਕੇ ਉਠਾ ਨਾ ਸਕੇ। कूचा ए यार में बैठ नक्शे पा की तरह। ब्रह्मियों समझते हो नक्शे पा? कच्ची मिट्टी होवे, कच्चा पिया होवे, ਉਹਦੇ ਉੱਤੇ ਤੁਸੀਂ ਤੁਰੋ ਤੇ ਤੁਹਾਡੇ ਪੈਰ ਦਾ ਨਕਸ਼ਾ ਬਣਦਾ ਨਾ, ਉਹਨੂੰ ਕਹਿੰਦੇ ਨਕਸ਼ੇ ਪਾ। ਹੁਣ ਕੋਈ ਕਵੇ ਵੀ ਫਲਾਣਾ ਬੰਦਾ ਲੰਘ ਕੇ ਗਿਆ, ਉਹਦਾ ਨਕਸ਼ੇ ਪਾ ਹੈ, ਇਹਨੂੰ ਉਠਾ ਦੇ, ਉਹ ਕਹੇਗਾ ਭਰਾਵਾ ਉਠਾਇਆ ਨਹੀਂ ਜਾ ਸਕਦਾ, ਮਿਟਾਇਆ ਜਾ ਸਕਦਾ ਹੈ। ਇਦਾਂ ਬੈਠ ਜਿੱਦਾਂ ਤੇਰੀ ਪੈੜ ਬਹਿ ਜਾਂਦੀ ਹੈ ਕੱਚੇ ਪਏ ਤੇ, ਕੋਈ ਮਿਟਾ ਸਕਦਾ, ਉਠਾ ਨਹੀਂ ਸਕਦਾ। ਇਸ ਤਰ੍ਹਾਂ ਮਹਿਬੂਬ ਦੀ ਗਲੀ ਵਿੱਚ ਬਹਿ ਜਾ, ਬਈ ਕੋਈ ਤੈਨੂੰ ਖਤਮ ਤੇ ਕਰਦਾ ਹੈ, ਤੈਨੂੰ ਗੁੱਟ ਤੋਂ ਫੜ ਕੇ ਤਰੀਕ ਕੇ ਬਾਹਰ ਨਾ ਕੱਢ ਸਕੇ। कूचा यार में बैठ नक्शे पा की तरह, कोई मिटा तो सके लेकिन उठा ना सके। चौथी सिदकी सिक्खी होई, गुरबिन अपर ना जाने कोई। जीवन मरण बिखै गुर शरणी, जन्म तो मौत तक गुरु दी शरण विच ही रहना। तजै ना जिम परवाह में तरनी। ਜਦੋਂ ਗੁਰੂ ਨਾਨਕ ਸਾਹਿਬ ਨੇ ਕੁਤਕਾ ਪਕੜਿਆ ਨਾ, ਕੁਤਕਾ ਕਰਤਾਰਪੁਰ ਸਾਹਿਬ ਉਗਰਿਆ ਤੇ ਭੱਜ ਗਏ ਵਿੱਚੋਂ ਬਾਲੇ। ਔਰ ਤੁਸੀਂ ਬੜੀ ਵਾਰ ਕਥਾ ਸੁਣੀ ਹੈ, ਮੈਂ ਕੇਵਲ ਇਸ਼ਾਰੇ ਮਾਤਰ ਹੀ ਤੁਹਾਡਾ ਇਸ਼ਾਰਾ ਉਧਰ ਦੇ ਕੇ ਤੁਹਾਨੂੰ ਤੇ ਅੱਗੇ ਲੰਘ ਜਾਣਾ ਹੈ। ਇੱਥੋਂ ਤੱਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵੀ ਚਲੇ ਗਏ, ਕੱਲਾ ਲੈਣਾ ਰਹਿ ਗਿਆ। ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ, ਡਿੰਗ ਪੜਿੰਗਾ ਜਿਹਾ ਡੰਡਾ, ਉਹਨੂੰ ਖੁੰਗੀਆਂ ਵੀ ਸਾਈਡਾਂ ਤੇ, ਮਤੈਰ ਮੋਟਾ ਸਾਰਾ, ਧਾਨਕ ਰੂਪ ਗੁਰੂ ਨਾਨਕ ਸਾਹਿਬ ਨੇ ਬਣਾਇਆ ਹੋਇਆ, ਭਿਆਨਕ ਜਿਹਾ ਰੂਪ ਬਣਾਇਆ ਹੋਇਆ। ਔਰ ਉਹ ਕੁਤਕਾ ਦੋਹਾਂ ਹੱਥਾਂ ਨਾਲ ਕੱਸ ਕੇ ਪਕੜ ਕੇ ਜਦੋਂ ਹਵਾ ਵਿੱਚ ਲਹਿਰਾਇਆ
ਲੈਣਿਆ ਸਾਰੇ ਮਗਰੋਂ ਲੈ ਗਏ ਨੇ, ਤੂੰ ਕਿਉਂ ਨਹੀਂ ਲੈਂਦਾ? ਤੂੰ ਜਾਣਾ ਹੈ ਕਿ ਤੇਰੀਆਂ ਮੌਰਾਂ 'ਚ ਮਾਰਾਂ ਇੱਕ? ਤਾਂ ਪਾਈ ਲੈਣਾ ਹੱਥ ਜੋੜ ਕੇ ਕਹਿੰਦੇ ਨੇ, ਮਾਲਕਾ ਮਾਰਨਾ ਹੀ ਮਾਰ ਲੈ, ਜਵਾਣਾ ਹੀ ਜਵਾ ਲੈ, ਤੇਰੇ ਤੋਂ ਸਿਵਾ ਮੇਰਾ ਕੋਈ ਟਿਕਾਣਾ ਨਹੀਂ, ਮੈਨੂੰ ਇਹ ਵੀ ਦੱਸ ਵੀ ਜਾਵਾਂ ਕਿੱਥੇ, ਹੈ ਹੀ ਨਹੀਂ ਕੋਈ। ਹਜ਼ੂਰ ਨੇ ਕੁਤਕਾ ਸੁੱਟ ਦਿੱਤਾ, ਬੋਡੀ ਲੈਂਗੁਏਜ ਫੌਰਨ ਬਦਲ ਗਈ, ਧਾਨਕ ਰੂਪ ਇੱਕ ਤਾਜ਼ੇ ਖਿੜੇ ਹੋਏ ਫੁੱਲ ਵਾਂਗੂ ਚਿਹਰਾ ਮੁਸਕਰਾ ਰਿਹਾ ਸੀ, ਔਰ ਗੁੱਟ ਤੋਂ ਫੜ ਕੇ ਤਰੀਕ ਕੇ ਕੋਲ ਕਰਕੇ ਹਿੱਕ ਨਾਲ ਲਾ ਲਿਆ। इश्क की भट्टी में पाकर जब कुंदन किया, लिखा लेने से अंगद और अंगद से अल्लाह कर दिया। पर कदों जदों आख्या मारना ते मार दे, जां किथे कोई थां ही को नहींगा। जीवन मरण विखै गुर शरणी, गुरु दी शरण च पै रहना। तजै ना जिम प्रवाह में तरनी, जिवें पानी दे प्रवाह विच कोई अणतारू बंदा बेड़ी चों थले नहीं उतरदा, मैनू ते तरना नहीं आउंदा, मैं डुब जांगा। सिख कहंदा गुरु मैनू ते तरना भी नहीं आउंदा, मैं डुब जांगा, मैनू अपने नाल ही रख। हूं तर पी ना नामा कहे, हूं तर पी ना जानो, मोको बाह दे बीठुला। हे बीठुल विष्ठुल, मेरा हाथ घुट के फड़, क्योंकि मैनू तरना कोई नहीं आउंदा, और तू हाथ फड़ के ना तरीकिया तो मैं डुब जाना। यह है सिद्की सिख। मान मिले अपमान मिले, सुख मिले दुख मिले, हरख मिले शोक मिले, रिजक मिले भुख मिले, तंदुरुस्ती मिले बीमारी मिले। संतुलन दिमागी इस तरह का बनया होया भी गुरु का दर नहीं छड्डना, जो मर्जी हो जाए। पंजवीं सिक्खी भाव उपाई, लख गुर महिमा पर शरणाई। एक सिदकी सिख तो भी अगे की गल है प्रेमियों। एक तो सिदकी है ना, पहली है धंधे की सिक्खी, कुछ विचों शरीर बाद विच आए ने। मैं सिर्फ 30 सैकंड विच इहनूं एक्सप्लेन कर दियां। पहली धंधे दी, दूजी देखा देखी, तीजी हिरसी सिक्खी, चौथी सिदकी सिक्खी, ते पंजवीं सिक्खी भाव उपाई। हालांकि सिदकी सिक्खी प्रवान है, बड़े कमाल दी आत्मक अवस्था है, पर भाव दी सिक्खी उदों भी अगे है। ये उदों अगे किस तरह है जी? साध संगत एक सच शब्द है, सच एक शब्द सच तो भी अगे है। उन्हों डिक्शनरी तुसी देखो, ਉਹਦੇ बारे लिखा ਹੁੰਦਾ यथार्थ। ਅਸੀਂ तो समझने भी सच तो अगे कुछ भी नहीं, पर यथार्थ कुछ होर हुंदा है। इनू समझण लई मैं छोटी जी एक बेनती करा, सच की है यथार्थ की है। स्वामी रामकृष्ण जी कथा करते होंदे सन, रामायण की बड़े पहुंचे हुए सन। वो सनातन मत विच आत्मक अवस्था उन्होंने दसते ने बड़ी उच्ची सी। कथा है, पच्छम के लिखारी ने ये कथा उहदी लिखी है, ते रामायण की कथा चल रही सी। बड़ा वड्डा पंडाल, बड़ी दूर दूर तक संगतां बहिंदियां सन। तां कथा चल रही सी, जदों सीता जी का हरण रावण करके लै गए, ते फिर रामचंद्र जी अपनी सेना लैके गए, हनुमान जी गए अशोक वाटिका विच। अशोक वाटिका वो उन्हां को हिस्सा, जिवें आपां घरां च पार्क बना लैंदे आ, उद्यान कह देंदे ने लिटरेरी बोली च उहनूं। अशोक उहनूं कहिंदे जिथे कोई शोक ना होवे, जिथे कोई तकलीफ ना होवे, अशोक। वो वाटिका जिहदे विच शोक खत्म हो जाते हैं, आपां पंजाबी सोग कह लैंदे आ। अशोक वाटिका उत्थे रखिया होया सी सीता जी नूं। कथा चल रही सी
ਵੀ ਜਿਸ ਵੇਲੇ ਹਨੂਮਾਨ ਜੀ ਉੱਥੇ ਗਏ ਤੇ ਅਸ਼ੋਕ ਵਾਟਿਕਾ ਵਿੱਚ ਚਿੱਟੇ ਰੰਗ ਦੇ ਫੁੱਲ ਖਿੜੇ ਹੋਏ ਸਨ। ਲਿਟਰੇਰੀ ਦੁਨੀਆ ਵਿੱਚ ਨਾ ਇੱਕ ਸ਼ਡਿਊਲ ਕੰਮ ਕਰਦਾ ਪ੍ਰੇਮੀਓ, ਥੋੜਾ ਸੁਰ ਤੇ ਜ਼ੋਰ ਦੇ ਕੇ ਸੁਣਿਓ। ਜਿਹੜੀ ਐਗਜ਼ੈਂਪਲ ਹੈ ਨਾ, ਐਗਜ਼ੈਂਪਲ ਦ੍ਰਿਸ਼ਟਾਂਤ, ਉਹਦਾ ਹਮੇਸ਼ਾ ਇੱਕ ਪੱਖ ਲਿਆ ਜਾਂਦਾ ਜਿਹੜਾ ਸਾਨੂੰ ਸੱਚ ਦੇ ਨੇੜੇ ਲਿਜਾਂਦਾ ਹੈ, ਸੱਚ ਦੇ ਨੇੜੇ ਜਾਣ ਵਾਸਤੇ ਹੁੰਦਾ ਹੈ, ਗੱਲ ਸਮਝਾਉਣ ਵਾਸਤੇ। ਸਾਖੀ ਕੀ ਹੈ? ਗਵਾਹੀ। ਅਸੀਂ ਕਹਿੰਦੇ ਹਾਂ ਜੀ ਕਹਾਣੀਆਂ, ਹੁਣ ਥੋੜਾ ਜਿਹਾ ਗਰੋਥ ਹੋਈ ਹੈ, ਨਹੀਂ ਜੀ ਕਹਾਣੀਆਂ ਨਹੀਂ, ਤੱਤ ਦੀ ਗੱਲ ਕਰੋ। ਪਿਆਰਿਓ, ਕੁਝ ਕਹਾਣੀਆਂ ਵੀ ਤੱਤ ਨੂੰ ਦਰਸਾਉਂਦੀਆਂ ਨੇ। ਉਹਨੂੰ ਕਹਿੰਦੇ ਨੇ ਬਾਬਾਣੀਆਂ ਕਹਾਣੀਆਂ, ਉਹਨੂੰ ਕਹਿੰਦੇ ਨੇ ਗੁਰ ਸਾਖੀ ਕਾ ਉਜਿਆਰਾ। ਸਾਖੀ ਦਾ ਵੀ ਜ਼ਿਕਰ ਹੈ, ਕਹਾਣੀਆਂ ਦਾ ਵੀ ਜ਼ਿਕਰ ਹੈ। स्वामी रामकृष्ण कह रहे सन भी जदों हनुमान गए सीता जी की मदद करने लई ते चिट्टे रंग दे फुल खिड़े सन ते श्रोतियां दे विच एक लम्मा लंजा बुक्कड़ मारी हुई, वो खड़ा हो गया, कह लगा नहीं फुल लाल रंग दे सन। वो कह लगे भी तुसी बैठ जाओ, डिस्टर्ब ना करो, फुल सफेद रंग दे सन। उन्हें चादर थोड़ी जी ढिली की, लोग वेख के हैरान हो गए भी ये साक्षात बजरंग बली खड़ा है। वो कहता गया मैं सा कि तू गया सा? फुल लाल रंग दे सन। हुण झगड़ा खड़ा हो गया। दृष्टांत गल नूं समझण लई है। रामचंद्र जी नूं आउणा पिया तो कहण लगे बेटा हनुमान, रामकृष्ण जी ठीक कह रहे ने, चिट्टे रंग दे फुल सन। नहीं प्रभु, फुल लाल रंग दे सन। बेटा उस वक्त तेरी माता सीता दे हरण दा तेनू इन्ना गुस्सा क्रोध सी, तेरियां अखां विच खून उतरिया होया सी और तेनू चिट्टे फुल भी लाल नजर आउंदे सन। नहीं जी आ गल ते मैं अखी वेखी है। वो प्यारिओ, कदी कदी अखी वेखियां गल्लां भी गलत हो जांदियां जी, कदी कदी अखां ते भी पर्दा पै जांदा है। हुण तो एक बीमारी है साइकोलॉजिकली, वो कहते हैं भी मनुख जो देखना चाहता उन्होंने वो ही दिसदा है, और फिर वो कहता भी मैं इदा देखिया। वो कहन लगे सच है भी तेनू फुल लाल रंग दे दिसदे सन, पर यथार्थ है भी फुल चिट्टे रंग दे सन। ये सच तो उपर है। अकल सब तो शिखर है, पर एक चीज अकल तो भी अगे है। उन्होंने लिखिया है महान कोश दे करते ने फहम, फफा हाहा ते मम्मा, दो तरह है। कई थावां ते हाहे नूं हुशियारी नाल है, कई थावां ते फफा हाहा मम्मा ही है, फहम। वो मैनूं बड़ी प्रीतकार गल लगदी है भी जिथे लोग सोचना बंद करते ने ना, सोच सोच के जिथे बंद करते ने, सिख उथों सोचना शुरू करे। गुरसिक्खी गुरसिख सुण, अंदरों सियाणा बाहरों भोला। अंदरों सियाणा होवे, बाहरों भावें वेखण नूं जिन पट अंदर बाहर गुद्दड़ ते भले संसार, भावें बाहरों सिंपल लगे पर अंदरों सिंपल ना होवे, अंदरों सियाणा होवे। मैं अकल तो अगली गल फहम दी कर रहा। वो कहंदे अकल आई पर फहम ना आया, अकल फहम नूं दब गया। 9 ऊठ 80 मन आटा कुत्ता लैके भज गया। हद हो गई है। ये किवें हो गया? 9 ऊठां ते 80 मन आटा लद्या होया और एक थां तो दूजे थां ते लिजा रहा है। रेगिस्तान जंगल है राजस्थान दा, और रस्ते विच रुकना पै गया, रात पै गई है। तोसा नाल बन के आंदा, प्रशादा नाल। हुण टिफन ते हुंदे नहीं सन। सुआणियां कोई साफ सुथरा जिहा कपड़ा उहनूं पौणा कह दिंदियां, ਉਹਦੇ 'ਚ ਹੀ ਰੋਟੀਆਂ ਰੱਖ ਕੇ ਵਿੱਚ 4 ਸੁੱਕੀ ਸਬਜ਼ੀ ਰੱਖ ਕੇ ਬੰਨ ਦੇਣਾ ਔਰ ਉਹ ਨਾਲ ਲੈ ਤੁਰਨਾ। ਤੁਰ ਪਿਆ। ਅਕਲ ਨੇ ਕੰਮ ਕੀਤਾ ਬਈ ਕੱਲਾ ਜਾਣਾ ਵਾ, 9 ਊਠ ਨੇ, 80 ਮਣ ਆਟਾ ਹੈ, ਕੋਈ ਡਾਕੂ ਰਾਤ ਨੂੰ ਲੁੱਟ ਕੇ ਲੈ ਜਾਏ। ਇੱਕ ਚੇਨ ਰੱਖਦਾ ਸੀ ਨਾਲ, ਉਹ ਸਾਰਿਆਂ ਦੇ ਵਿੱਚੋਂ ਦੀ ਕਮਾ ਕੇ ਲੋਕ ਲਾ ਦਿੱਤਾ। ਕਿਵੇਂ ਲਿਜਾਏਗਾ? ਨਹੀਂ ਲਿਜਾ ਸਕੇਗਾ, ਮੈਂ ਲੋਕ ਲਾ ਦਿੱਤਾ। ਔਰ ਉਹ ਜਿਹੜੀ ਚਾਬੀ ਸੀ ਨਾ, ਚਾਬੀ
ਉਹ ਪ੍ਰਸ਼ਾਦਿਆਂ ਦੇ ਵਿੱਚ ਰੱਖ ਕੇ ਤੇ ਦਰਖਤ ਦੀ ਝੋਕ ਦੇ ਨਾਲ ਬੰਨ੍ਹ ਦਿੱਤਾ। ਔਰ ਕੁੱਤੇ ਨੂੰ ਤੇ ਪ੍ਰਸ਼ਾਦਿਆਂ ਦੀ ਪ੍ਰੇਮੀਓ ਸਮੈਲ ਆ ਜਾਂਦੀ ਹੈ। ਉਹਨੂੰ ਸਮੈਲ ਆਈ, ਦੂਰੋਂ ਉਹਨੇ ਮੋਸ਼ਨ ਬਣਾਇਆ, ਕੋਈ 10 15 20 ਫੁੱਟ ਤੋਂ ਦੌੜ ਕੇ ਆ ਕੇ ਉਹਨੇ ਝਰਾਟ ਮਾਰਿਆ, ਮੂੰਹ ਦੇ ਵਿੱਚ ਦਬਾ ਕੇ ਤੇ ਉਹ ਲੈ ਕੇ ਭੱਜ ਗਿਆ। लिखा ना कबीर साहब ने भी, चाकी चाटा है चून खा है, चाकी का चीथरा कहाँ ले जाए। सुने घर विच कुत्ता चक्की दे पुड़ ते चटदा है, कदी कदी जान लगा उहदे विच जिहड़ा परोला है उहनूं भी नाल ही लै जांदा है। अकल ने ते काम कीता बई इन्हां नूं लॉक ला देना है, चेन मार देनी है, चाबी उपर लटका देनी है रुख नाल, पर अकल तो अगली गल ये फहम ना आया बई इथों भी ये घटना वापर सकती है। हुण कित्थों जाके लभेगा 10 20 50 100 मील तो किसी लुहार नूं लियावेगा, फिर वो आके चेन कट्टेगा तो ये विचारे उठणगे, उन्हां चिर कैद ने, प्यास नाल भुख नाल मर भी सकते ने। अकल आई पर फहम ना आया। इसलिए गुरु कहंदा मेरे सिखा सोच सोच के जिथे लोकी सोचना बंद कर दे ना, तू उथों सोचना शुरू करया कर। मत विच रतन जवाहर माणक, जे एक गुर की सिख सुनी, गुरा एक देह बुझाई, सबना जियां का एक दाता सो मैं विसर ना जाई। तो सिदकी सिक्खी सिरे दी सिक्खी है, पर भाव दी सिक्खी इस तरह उदू अगे वे जिवें सच तो अगे यथारथ है, जिवें अकल तो अगे फहम है। आओ समाप्ति करिए, समा समाप्त है। जाकै हरसा ठाकुर भाई, जिदे हिरदे विच परमात्मा वर्गा मालक विराजमान ने, मुकत अनंत पुकारन जाई। मुक्ति भी उहदे कोल कई वार प्रार्थना करदी है, मुक्ति उहदे कोल लिलकड़ियां लैंदी है। और वो कहंदा भी कबीर सुरग नरक ते मैं रहो, सतगुर कै प्रसाद, हुण चरण कमल की मौज में रहो अंत अर आद। वो कहंदा मुकत बपरी पी ज्ञानी त्यागै। वो कहंदा पिश्त नजीक राख रहमाना, मेरे वास्ते इहो ही बहिश्त है, तू अपने चरनां च रख, मैनू कोई कलपत बहिश्त स्वर्ग नहीं चाहिदी। अब कहो राम भरोसा तोरा, हुण जदों ये वैगुरू तेरे ते सिदक आ गया है, तब काहू का कवन नहीं हो रहा। हुण किसे होर दी कादी परवाह है। संतन अवर ना काहू मानी, बेपरवाह सदा रंग हर कै, जाको पाख स्वामी। फिर वो वड्डियां वड्डियां शाहां नूं चैलेंज कर देंदे ने। तीन लोक जाकै है पार, सो काहे ना करे प्रतिपार। सिदक कर भरोसा कर, ਜਿਹੜਾ परमात्मा सारी कायनात की परवरिश कर रहा है, वो तेरी परवरिश क्यों नहीं करेगा? तेरी भी परवरिश करेगा। नानक चिंता मत करो, चिंता तिस ही है, जल में जंत उपायन, तिना पे रोजी दे। उथे हट ना चले, ना को किरस करे, सौदा ग्रोसरी। मूल ना होवे, ना को लए ना दे, जिया का आहार जी खाना ये करे, विच उपाय सायरा, तिना पिरोजी दे। और नानक चिंता मत करो, चिंता तिस ही है। तीन लोक जाके है पार, सो काहे ना करे प्रतिपार। कहो कबीर एक बुद्ध बिचारी, क्या बस जो बिख दे महतारी। मां पुत्र नूं जहर देना चाहे ना, कोई दुनिया की ताकत उस पुत्र नूं नहीं बचा सकती। रब ते भरोसा कर, रब तेरा भला करना चाहे तो कोई बुरा नहीं कर सकता, और जे रब दे हुक्म च कुछ होना है तो फिर कोई बचा भी नहीं सकता। इन्नियां बेनतियां प्रवान करियो जी। होइयां भुलां गलतियां वास्ते खिमा दा जाचक हां। सो आओ गुरु सवारियां तो गुरबाणी दे मनोर कीर्तन सरवण करके लाहे प्राप्त करिए जी। गुरमर्यादा अनुसार अंत गुरु फतेह दी सांझ करते हुए आग्ञा बख्शिश करो जी। वाहिगुरु जी का खालसा वाह।